ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1411 ਤੋਂ ਲੈ ਕੇ 1413 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸਮਾਲ। ਹਾਂਜੀ ਸੰਗਤ ਜੀ, ਗੁਰਬਾਣੀ ਕਹਿੰਦੀ ਹੈ ਕਿ ਆਪਣੇ ਸਰੀਰ ਨੂੰ ਧੂਣੀਆਂ ਨਾਲ ਤਨੂਰ ਵਾਂਗ ਨਾ ਸਾੜ, ਤੇ ਹੱਡਾਂ ਨੂੰ ਧੂਣੀਆਂ ਨਾਲ ਇਉਂ ਨਾ ਬੁਲਾ ਜਿਵੇਂ ਇਹ ਬਾਲਣ ਹੈ। ਕਹਿੰਦੇ ਤੇਰੇ ਸਿਰ ਨੇ ਤੇਰੇ ਪੈਰਾਂ ਨੇ ਕਹਿੰਦੇ ਕੁਛ ਨਹੀਂ ਵਿਗਾੜਿਆ, ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਹੈ। ਇਹ ਜੋਗੀ ਲੋਕਾਂ ਦੇ ਉੱਪਰ ਟੁਕਦਾ ਹੈ। ਬਾਣੀ ਦਾ ਜੇ ਪ੍ਰਸੰਗ ਹੈ, ਕਹਿੰਦੇ ਇਹਨਾਂ ਨੂੰ ਦੁਖੀ ਨਾ ਕਰ, ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਸਭਨੀ ਘਟੀ ਸਹੁ ਵਸੈ, ਸਹਿ ਬਿਨ ਘਟ ਨ ਕੋਏ, ਨਾਨਕ ਤੇ ਸੁਹਾਗਣੀ ਜਿਨਾ ਗੁਰਮੁਖ ਪ੍ਰਗਟ ਹੋਏ। ਕਹਿੰਦੇ ਪਰਮੇਸ਼ਰ ਸਾਰੇ ਸਰੀਰਾਂ ਵਿੱਚ ਵਸਦਾ, ਕੋਈ ਵੀ ਸਰੀਰ ਅਜਿਹਾ ਨਹੀਂ ਹੈ ਜਿਹਦੇ ਵਿੱਚ ਪਰਮੇਸ਼ਰ ਦੀ ਜੋਤ ਨਾ ਹੋਵੇ। ਕਹਿੰਦੇ ਪਰ ਵਸਦਾ ਹੈ ਗੁਪਤ। ਕਹਿੰਦੇ ਹੇ ਨਾਨਕ, ਉਹ ਜੀਵ ਇਸਤਰੀਆਂ ਭਾਗਾਂ ਵਾਲੀਆਂ ਨੇ ਜਿਨ੍ਹਾਂ ਦੇ ਅੰਦਰ ਉਹ ਪਰਮੇਸ਼ਰ ਗੁਰੂ ਦੇ ਰਾਹੀਂ ਪ੍ਰਗਟ ਹੋ ਜਾਂਦਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਕਹਿੰਦੇ ਜੇ ਤੈਨੂੰ ਪਰਮੇਸ਼ਰ ਦੇ ਪ੍ਰੇਮ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਆਪਣਾ ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ 'ਚ ਆਓ। ਕਹਿੰਦੇ ਲੋਕ ਲਾਜ ਛੱਡ ਕੇ ਤੇ ਹਉਮੈ ਦੂਰ ਕਰਕੇ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਪਰਮੇਸ਼ਰ ਦੀ ਪ੍ਰੀਤ ਦੇ ਇਸ ਰਸਤੇ ਦੇ ਉੱਤੇ ਉਦੋਂ ਹੀ ਪੈਰ ਧਰਿਆ ਜਾ ਸਕਦਾ ਜਦੋਂ ਸਿਰ ਭੇਟਾ ਕੀਤਾ ਜਾਏ, ਕੋਈ ਝਿਜਕ ਨਾ ਹੋਵੇ, ਜਦੋਂ ਬਿਨਾਂ ਕਿਸੇ ਝਿਜਕ ਦੇ ਲੋਕ ਲਾਜ ਦੇ ਤੇ ਹਉਮੈ ਛੱਡ ਦਿੱਤੀ ਜਾਵੇ। ਨਾਲ ਕਿਰਾੜਾ ਦੋਸਤੀ, ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਆਵੈ ਕਿਤੈ ਥਾਏ। ਕਹਿੰਦੇ ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਦੇ ਨਾਲ ਦੋਸਤੀ ਰੱਖੀ ਜਾਵੇ ਤਾਂ ਕਹਿੰਦੇ ਮਾਇਆ ਦੇ ਮੋਹ ਦੇ ਕਾਰਨ ਉਹਦੀ ਦੋਸਤੀ ਦੀ ਪਾਇਆਂ ਵੀ ਇਤਵਾਰਯੋਗ ਨਹੀਂ ਹੁੰਦੀ। ਕਹਿੰਦੇ ਹੇ ਮੂਲਿਆ, ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ, ਪਰ ਉਸ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਕਿ ਮੌਤ ਕਿਸੇ ਨੂੰ ਵੀ ਕਿਸੇ ਵੀ ਥਾਂ ਤੇ ਕਿਸੇ ਵੀ ਵੇਲੇ ਆ ਸਕਦੀ ਹੈ। ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵਾ ਪਾਓ ਦੂਜਾ। ਕਹਿੰਦੇ ਜਿਹੜੇ ਮਨੁੱਖ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਨੇ, ਉਹ ਆਤਮਿਕ ਜੀਵਨ ਵੱਲੋਂ ਬੇਸਮਝੀ ਨੂੰ ਹੀ ਸਦਾ ਪਸੰਦ ਕਰਦੇ ਨੇ। ਜਿਨ੍ਹਾਂ ਮਨੁੱਖਾਂ ਦੇ ਅੰਦਰ ਕਹਿੰਦੇ ਮਾਇਆ ਦਾ ਮੋਹ ਸਦਾ ਹੀ ਟਿਕਿਆ ਰਹਿੰਦਾ, ਉਹਨਾਂ ਦਾ ਵਰਤਨ ਵਿਹਾਰ ਆਤਮਿਕ ਜੀਵਨ ਵੱਲੋਂ ਅੰਨਾ ਬਣਾਈ ਰੱਖਣ ਵਾਲਾ ਹੁੰਦਾ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਮੂਲੋ ਨਾ ਬਾਕੀ। ਕਹਿੰਦੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣਦੀ। ਇਸ ਡੂੰਘੀ ਸਾਂਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ ਫਰਜ਼ ਬਣਾਉਣ ਤੋਂ ਬਿਨਾਂ ਹਰਿ ਨਾਮ ਸਿਮਰਨ ਦੀ ਲਗਨ ਨਹੀਂ ਲੱਗਦੀ। ਕਹਿੰਦੇ ਸਦਾ ਥਿਰ ਪਰਮੇਸ਼ਰ ਦਾ ਨਾਮ ਸਿਮਰਨ ਤੋਂ ਬਿਨਾਂ ਹੋਰ ਮਾਇਕ ਉਦਮਾਂ ਦੀ ਜੀਵਨ ਰਾਹਦਾਰੀ ਦੇ ਕਾਰਨ ਆਤਮਿਕ ਜੀਵਨ ਦਾ ਉਹ ਸਰਮਾਇਆ ਵੀ ਪੱਲੇ ਨਹੀਂ ਰਹਿ ਜਾਂਦਾ ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ। ਕਹਿੰਦੇ ਜਿਹੜਾ ਮਨੁੱਖਾ ਜਨਮ ਮਿਲਿਆ ਉਹ ਪਿਛਲੇ ਸਾਡੀ ਜਿਹੜੀ ਪੂਰਵਲੀ ਕਮਾਈ ਆ ਉਹਦੇ ਕਾਰਨ।
ਪਰ ਜੇ ਕਹਿੰਦੇ ਜੀਵ ਫਿਰ ਮਾਇਕ ਪਦਾਰਥਾਂ ਦੇ ਵਿੱਚ ਹੀ ਫਸਿਆ ਰਿਹਾ, ਫਿਰ ਉਹ ਵੀ ਕਹਿੰਦੇ ਜਿਹੜਾ ਪਹਿਲਾਂ ਮਿਲਿਆ ਮਨੁੱਖਾ ਜੀਵਨ ਆ ਵਿਅਰਥ ਚਲੇ ਜਾਂਦਾ। ਮਾਣੂ ਕੱਲੈ ਉੱਠੀ ਚੱਲੈ, ਸਾਧ ਨਾਹੀ ਇਵੇਹੀ ਗੱਲੈ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਮਨੁੱਖ ਨੂੰ ਜਗਤ ਦੇ ਵਿੱਚ ਕੋਈ ਆਤਮਿਕ ਲਾਭ ਖੱਟਣ ਦੇ ਲਈ ਭੇਜਦਾ, ਪਰ ਜੇ ਕਹਿੰਦੇ ਆਤਮਿਕ ਜੀਵਨ ਦੀ ਖੱਟੀ ਖੱਟਣ ਤੋਂ ਬਿਨਾਂ ਹੀ ਜੇ ਮਨੁੱਖ ਇਸ ਜਗਤ ਤੋਂ ਉੱਠ ਕੇ ਤੁਰ ਪੈਂਦਾ, ਤਾਂ ਫਿਰ ਕਹਿੰਦੇ ਇਹੋ ਜਿਹਾ ਜੀਵਨ ਜਿਉਣ ਵਿੱਚ ਮਨੁੱਖ ਨੂੰ ਕੋਈ ਆਤਮਿਕ ਆਨੰਦ ਹਾਸਲ ਨਹੀਂ ਹੁੰਦਾ। ਕਹਿੰਦੇ ਰਾਮ ਚੁਰੈ ਦਲ ਮੇਲਵੈ, ਅੰਤਰ ਬਲ ਅਧਿਕਾਰ, ਬੰਤਰ ਕੀ ਸੈਨਾ ਸੇਵੀਐ, ਮਨ ਤਨ ਜੁਜ ਅਪਾਰ। ਕਹਿੰਦੇ ਸ਼੍ਰੀ ਰਾਮਚੰਦਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ ਕਹਿੰਦੇ ਰਾਵਣ ਦੇ ਨਾਲ ਲੜਾਈ ਕਰਨ ਦੇ ਲਈ ਸ਼੍ਰੀ ਰਾਮਚੰਦਰ ਫੌਜਾਂ ਇਕੱਠੀਆਂ ਕਰਦਾ, ਉਹਦੇ ਅੰਦਰ ਫੌਜਾਂ ਇਕੱਠੀਆਂ ਕਰਨ ਦੇ ਅਧਿਕਾਰ ਦੀ ਤਾਕਤ ਵੀ ਹੈ, ਪਰ ਫਿਰ ਵੀ ਰਾਮਚੰਦਰ ਦੁਖੀ ਹੁੰਦਾ। ਕਹਿੰਦੇ ਹਾਲਾਂਕਿ ਕਹਿੰਦੇ ਵਾਨਰਾਂ ਦੀ ਜਿਹੜੇ ਬਾਂਦਰ ਸੀ, ਉਸ ਫੌਜ ਦੇ ਰਾਹੀਂ ਉਸ ਦੀ ਸੇਵਾ ਵੀ ਹੋ ਰਹੀ ਹੈ, ਜਿਸ ਸੈਨਾ ਦੇ ਮਨ ਵਿੱਚ ਤਨ ਵਿੱਚ ਯੁੱਧ ਕਰਨ ਦੇ ਲਈ ਬੇਅੰਤ ਚਾਉ ਹੈ। ਸੀਤਾ ਲੈ ਗਿਆ ਦਹਿ ਸਿਰੋ, ਲਛਮਣ ਮੂਓ ਸਰਾਪ, ਨਾਨਕ ਕਰਤਾ ਕਰਨ ਹਾਰ, ਕਰ ਵੇਖੈ ਥਾਪ ਉਥਾਪ। ਫਿਰ ਵੀ ਕਹਿੰਦੇ ਜਦੋਂ ਸੀਤਾ ਜੀ ਨੂੰ ਰਾਵਣ ਲੈ ਗਿਆ ਸੀ, ਤੇ ਫਿਰ ਜਦੋਂ ਸ਼੍ਰੀ ਰਾਮਚੰਦਰ ਜੀ ਦਾ ਭਾਈ ਲਛਮਣ ਸਰਾਪ ਦੇ ਨਾਲ ਮਰ ਗਿਆ ਸੀ, ਤਦੋਂ ਵੀ ਰਾਮਚੰਦਰ ਦੁਖੀ ਹੋਇਆ। ਕਹਿੰਦੇ ਹੇ ਨਾਨਕ, ਕਰਤਾਰ ਸਭ ਕੁਝ ਕਰ ਸਕਣ ਦੀ ਸਮਰੱਥਾ ਵਾਲਾ ਹੈ, ਉਸ ਨੂੰ ਕਦੇ ਝੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ। ਉਹ ਤਾਂ ਪੈਦਾ ਕਰਕੇ ਨਾਸ਼ ਕਰਕੇ ਸਭ ਕੁਝ ਆਪ ਕਰਕੇ ਆਪ ਹੀ ਵੇਖਦਾ ਹੈ। ਮਨ ਮਹਿ ਝੂਰੈ ਰਾਮਚੰਦ, ਸੀਤਾ ਲਛਮਣ ਜੋਗ, ਹਣਵੰਤਰ ਆਰਾਧਿਆ, ਆਇਆ ਕਰ ਸੰਜੋਗ। ਕਹਿੰਦੇ ਵੇਖੋ ਸ਼੍ਰੀ ਰਾਮਚੰਦਰ ਆਪਣੇ ਮਨ ਵਿੱਚ ਸੀਤਾ ਜੀ ਦੀ ਖਾਤਰ ਦੁਖੀ ਹੋਇਆ। ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ ਦੁਖੀ ਹੋਇਆ। ਫਿਰ ਲਛਮਣ ਦੀ ਖਾਤਰ ਜਦੋਂ ਰਣ ਭੂਮੀ ਦੇ ਵਿੱਚ ਲਛਮਣ ਬਰਸ਼ੀ ਦੇ ਨਾਲ ਮੂਰਛਿਤ ਹੋਇਆ, ਫਿਰ ਦੁਖੀ ਹੋਇਆ। ਫਿਰ ਕਹਿੰਦੇ ਤਦੋਂ ਸ਼੍ਰੀ ਰਾਮਚੰਦਰ ਜੀ ਨੇ ਹਨੂਮਾਨ ਨੂੰ ਯਾਦ ਕੀਤਾ, ਜੋ ਪਰਮਾਤਮਾ ਵੱਲੋਂ ਬਣੇ ਸੰਜੋਗ ਦੇ ਕਾਰਨ ਸ਼੍ਰੀ ਰਾਮਚੰਦਰ ਜੀ ਦੀ ਸ਼ਰਨ ਆਇਆ ਸੀ। ਭੂਲਾ ਦੈਤ ਨ ਸਮਝਈ, ਤਿਨ ਪ੍ਰਭ ਕੀਏ ਕਾਮ, ਨਾਨਕ ਵੇ ਪਰਵਾਹ ਸੋ, ਕਿਰਤ ਨ ਮਿਟਈ ਰਾਮ। ਕਹਿੰਦੇ ਮੂਰਖ ਰਾਵਣ ਵੀ ਇਹ ਗੱਲ ਨਹੀਂ ਸਮਝਿਆ ਕਿ ਇਹ ਸਾਰੇ ਕੰਮ ਪਰਮੇਸ਼ਰ ਨੇ ਆਪ ਕੀਤੇ ਨੇ। ਕਹਿੰਦੇ ਉਹ ਪਰਮਾਤਮਾ ਤਾਂ ਬੇਮੁਥਾਜ ਹੈ। ਸ਼੍ਰੀ ਰਾਮਚੰਦਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ। ਸ਼੍ਰੀ ਰਾਮਚੰਦਰ ਜੀ ਪਾਸੋਂ ਤਾਂ ਕਹਿੰਦੇ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਵੀ ਨਹੀਂ ਸੀ ਮਿਟੇ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਕਹਿੰਦੇ ਲਾਹੌਰ ਦਾ ਸ਼ਹਿਰ ਨਿਵਾਸੀਆਂ ਵਾਸਤੇ ਆਤਮਿਕ ਮੌਤ ਲਿਆਈ ਰੱਖਣ ਦੇ ਕਾਰਨ ਜ਼ਹਿਰ ਬਣਿਆ ਪਿਆ ਹੈ, ਕਿਉਂਕਿ ਇੱਥੇ ਨਿੱਤ ਸਵੇਰੇ ਰੱਬੀ ਸਿਫਤ ਸਲਾਹ ਦੀ ਥਾਂ ਸਵਾ ਪਹਿਰ ਦਿਨ ਚੜ੍ਹੇ ਤੱਕ ਮਾਸ ਦੀ ਖਾਤਰ ਪਸ਼ੂਆਂ ਉੱਤੇ ਕਹਿਰ ਹੁੰਦਾ ਰਹਿੰਦਾ ਹੈ। ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਲਾਹੌਰ ਨਿਵਾਸੀਆਂ ਦਾ ਜੀਵਨ ਮਨੋਰਥ ਬਣ ਰਿਹਾ ਹੈ। ਮਹੱਲਾ ਤੀਜਾ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਰ। ਪਰ ਹੁਣ ਕਹਿੰਦੇ ਲਾਹੌਰ ਸ਼ਹਿਰ ਅੰਮ੍ਰਿਤ ਦਾ ਚਸ਼ਮਾ ਬਣ ਗਿਆ ਹੈ, ਪਰਮਾਤਮਾ ਦੀ ਸਿਫਤ ਸਲਾਹ ਦਾ ਸੋਮਾ ਬਣ ਗਿਆ ਹੈ। ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਹੈ। ਮਹੱਲਾ ਪਹਿਲਾ।
ਉਦੋਂ ਸਾਹੇ ਕਿਆ ਨਿਸ਼ਾਨੀ, ਤੋਟ ਨ ਆਵੈ ਅੰਨੀ। ਉਦੋਂ ਸੀ ਕਰੇ ਹੀ ਉੱਠੀ, ਕੁੜੀ ਰੰਨੀ ਤੰਮੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨਿਰੀ ਮਾਇਆ ਦੀ ਖਾਤਰ ਕੀਤੀ ਦੌੜ ਭੱਜ ਦੀ ਕੀ ਪਛਾਣ ਆ? ਪਛਾਣ ਇਹ ਹੈ ਕਿ ਦੌੜ ਭੱਜ ਕਰਨ ਵਾਲੇ ਨੂੰ ਅੰਨ ਧਨ ਦੀ ਤਾਂ ਘਾਟ ਨਹੀਂ ਹੁੰਦੀ ਕਹਿੰਦੇ, ਪਰ ਨਿਰੀ ਮਾਇਆ ਦੀ ਖਾਤਰ ਦੌੜ ਭੱਜ ਦੇ ਕਾਰਨ ਪਰਮੇਸ਼ਰ ਦੇ ਨਾਮ ਵੱਲੋਂ ਲਾਪਰਵਾਹੀ ਵੀ ਸਦਾ ਹਿਰਦੇ ਘਰ ਵਿੱਚ ਟਿਕੀ ਰਹਿੰਦੀ ਆ। ਮਾਇਆ ਦੇ ਮੋਹ ਵਿੱਚ ਫਸੀਆਂ ਇੰਦਰੀਆਂ ਦਾ ਧਮੱਚੜ ਉਹਦੇ ਅੰਦਰ ਪਿਆ ਰਹਿੰਦਾ ਹੈ। ਸੱਤੀ ਰੰਨੀ ਘਰੇ ਸਿਆਪਾ, ਰੋਵਨ ਕੂੜੀ ਕੰਮੀ। ਜੋ ਲੇਵੈ ਸੋ ਦੇਵੈ ਨਾਹੀ, ਖੱਟੈ ਦਮ ਸਹੰਮੀ। ਕਹਿੰਦੇ ਦੋ ਅੱਖਾਂ, ਦੋ ਕੰਨ, ਇੱਕ ਨੱਕ, ਇੱਕ ਮੂੰਹ, ਇੱਕ ਕਾਮ ਇੰਦਰੀ, ਇਹਨਾਂ ਸੱਤਾਂ ਹੀ ਇੰਦਰੀਆਂ ਦਾ ਝਗੜਾ ਸਰੀਰ ਘਰ ਵਿੱਚ ਬਣਿਆ ਰਹਿੰਦਾ ਹੈ। ਇਹ ਇੰਦਰੀਆਂ ਵਿਕਾਰਾਂ ਵਾਲੇ ਕੂੜੇ ਕੰਮਾਂ ਵਾਸਤੇ ਅੰਦਰ ਰੌਲਾ ਪਾਉਂਦੀਆਂ ਰਹਿੰਦੀਆਂ ਨੇ। ਜਿਹੜਾ ਮਨੁੱਖ ਨਿਰੀ ਮਾਇਆ ਦੀ ਖਾਤਰ ਹੀ ਦੌੜ ਭੱਜ ਕਰਦਾ, ਉਹ ਦਮੜੇ ਤਾਂ ਕਮਾਉਂਦਾ ਕਹਿੰਦੇ, ਪਰ ਸਹਿਮ ਵਿੱਚ ਟਿਕਿਆ ਰਹਿੰਦਾ। ਜੋ ਕੁਛ ਕਮਾਉਂਦਾ ਉਹ ਹੋਰਨਾਂ ਨੂੰ ਉਹਦੇ ਵਿੱਚੋਂ ਹੱਥੋਂ ਦਿੰਦਾ ਵੀ ਨਹੀਂ। ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵੰਨ। ਕੈ ਦੋਖੜੇ ਸੜੀ ਓਏ, ਕਾਲੀ ਹੋਈਆ ਦੇਹੁਰੀ। ਨਾਨਕ ਮੈਂ ਤਨ ਭੰਗ। ਕਹਿੰਦੇ ਹੇ ਸਰੋਵਰ, ਤੂੰ ਕਦੇ ਚੁਫੇਰੇ ਹਰਾ ਹੀ ਹਰਾ ਸੀ। ਤੇਰੇ ਅੰਦਰ ਸੋਨੇ ਦੇ ਰੰਗ ਵਾਲੇ ਚਮਕਦੇ ਕੌਲ ਫੁੱਲ ਖਿੜੇ ਹੋਏ ਸੀ। ਹੁਣ ਤੂੰ ਕਿਸ ਨੁਕਸ ਦੇ ਕਾਰਨ ਸੜ ਗਿਆ ਹੈ? ਤੇਰਾ ਸੋਹਣਾ ਸਰੀਰ ਕਿਉਂ ਕਾਲਾ ਹੋ ਗਿਆ? ਹੇ ਨਾਨਕ, ਇਸ ਕਾਲਖ ਦਾ ਕਾਰਨ ਇਹ ਹੈ ਕਿ ਮੇਰੇ ਸਰੀਰ ਵਿੱਚ ਪਾਣੀ ਵੱਲੋਂ ਟੋਟ ਆ ਗਈ ਹੈ। ਜਾਣਾ ਪਾਣੀ ਨਾ ਲਹਾਂ, ਜੈਸੇ ਤੀ ਮੇਰਾ ਸੰਗ। ਜਿਤ ਡਿੱਠੇ ਤਨ ਪਰ ਫੁੜੈ, ਚੜੇ ਚਵਗਣ ਵੰਨ। ਕਹਿੰਦੇ ਮੈਨੂੰ ਇਹ ਸਮਝ ਆ ਰਹੀ ਹੈ ਕਿ ਉਹ ਪਾਣੀ ਹੁਣ ਮੈਨੂੰ ਨਹੀਂ ਮਿਲਦਾ ਜਿਸ ਪਾਣੀ ਨਾਲ ਮੇਰਾ ਸਦਾ ਸਾਥ ਰਹਿੰਦਾ ਸੀ। ਇਸ ਕਰਕੇ ਹੁਣ ਮੇਰੇ ਅੰਦਰੋਂ ਹਰਿਆਵਲ ਖਤਮ ਹੋ ਗਈ ਤੇ ਕਾਲਾਪਣ ਆ ਗਿਆ ਹੈ। ਕਹਿੰਦੇ ਜਿਸ ਪਾਣੀ ਦਾ ਦਰਸ਼ਨ ਕਰਕੇ ਸਰੀਰ ਖਿੜਿਆ ਰਹਿੰਦਾ ਹੈ, 4 ਗੁਣਾ ਰੰਗ ਚੜਿਆ ਰਹਿੰਦਾ ਹੈ, ਉਹ ਪਾਣੀ ਹੁਣ ਮੈਨੂੰ ਨਹੀਂ ਮਿਲਦਾ। ਇਹ ਸਰੋਵਰ ਕਹਿ ਰਿਹਾ ਕਿ ਤਾਂ ਕਰਕੇ ਮੈਂ ਹੁਣ ਕਾਲਾ ਹੋ ਗਿਆ। ਰੱਜ ਨ ਕੋਈ ਜੀਵਿਆ, ਪਹੁੰਚ ਨ ਚੱਲਿਆ ਕੋਏ। ਗਿਆਨੀ ਜੀਵੈ ਸਦਾ ਸਦਾ, ਸੁਰਤੀ ਹੀ ਪਤ ਹੋਏ। ਕਹਿੰਦੇ ਲੰਮੀ ਉਮਰ ਭੋਗ ਭੋਗ ਕੇ ਵੀ ਕਿਸੇ ਮਨੁੱਖ ਦੀ ਕਦੇ ਤਸੱਲੀ ਨਹੀਂ ਹੋਈ। ਨਾ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਦੇ ਮੁਕਾ ਕੇ ਹੀ ਇੱਥੋਂ ਜਾਂਦਾ, ਤੇ ਨਾ ਹੀ ਕੋਈ ਇਹ ਆਖਦਾ ਕਿ ਹੁਣ ਮੇਰੇ ਕੰਮ ਧੰਦੇ ਖਤਮ ਹੋ ਗਏ ਨੇ। ਆਤਮਿਕ ਜੀਵਨ ਵਾਲਾ ਮਨੁੱਖ ਕਹਿੰਦੇ ਸਦਾ ਹੀ ਆਤਮਿਕ ਜੀਵਨ ਜਿਉਂਦਾ ਹੈ। ਸਦਾ ਆਪਣੀ ਸੁਰਤ ਪਰਮਾਤਮਾ ਦੀ ਯਾਦ ਵਿੱਚ ਜੋੜੀ ਰੱਖਦਾ। ਪਰਮਾਤਮਾ ਵਿੱਚ ਸੁਰਤ ਜੋੜੀ ਰੱਖਣ ਵਾਲੇ ਮਨੁੱਖ ਦੀ ਹੀ ਲੋਕ ਪਰਲੋਕ ਵਿੱਚ ਇੱਜ਼ਤ ਹੁੰਦੀ ਹੈ। ਸਰਫੇ ਸਰਫੈ ਸਦਾ ਸਦਾ, ਏਵੈ ਗਈ ਵਿਹਾਏ। ਨਾਨਕ ਕਿਸਨੋ ਆਖੀਐ, ਬਿਨ ਪੁੱਛਿਆ ਹੀ ਲੈ ਜਾਏ। ਕਹਿੰਦੇ ਮਾਇਆ ਵੇੜੇ ਮਨੁੱਖ ਦੀ ਉਮਰ ਸਦਾ ਹੀ ਕਿਰਸਾਂ ਕਰਦਿਆਂ ਕਰਦਿਆਂ ਇਹਨਾਂ ਕਿਰਸਾਂ ਵਿੱਚ ਹੀ ਬੀਤ ਜਾਂਦੀ ਆ। ਕਹਿੰਦੇ ਸਰਫਿਆਂ ਮਾਰੇ ਮਨੁੱਖ ਨੂੰ ਵੀ ਮੌਤ ਉਸ ਦੀ ਸਲਾਹ ਪੁੱਛਣ ਤੋਂ ਬਿਨਾਂ ਹੀ ਇੱਥੋਂ ਲੈ ਤੁਰਦੀ ਹੈ। ਕਿਸੇ ਦੀ ਵੀ ਪੇਸ਼ ਨਹੀਂ ਜਾ ਸਕਦੀ। ਇਹ ਨਹੀਂ ਕਿ ਵੀ ਜਿਹੜਾ ਕੋਈ ਸਰਫੇ ਕਰਦਾ ਤਾਂ ਮੌਤ ਉਹਨੂੰ ਆਉਣੀ ਨਹੀਂ ਗੀ। ਮੌਤ ਤੇ ਹਰ ਇੱਕ ਨੂੰ ਆਉਂਦੀ ਆ। ਦੋਸ ਨ ਦਿਓ ਰਾਏ ਨੂੰ, ਮਤ ਚੱਲੈ ਜਾਂ ਬੁੱਢਾ ਹੋਵੈ। ਗੱਲਾਂ ਕਰੇ ਕਨੇਰੀਆਂ, ਤਾਂ ਅੰਨੇ ਪਵਣਾ ਖਾਤੀ ਟੋਵੈ। ਤੇ ਇਸ ਗੱਲ ਦੇ ਲਈ ਪਰਮੇਸ਼ਰ ਨੂੰ ਦੋਸ਼ ਨਾ ਦੇਵੋ। ਕਹਿੰਦੇ ਜਦੋਂ ਜਿਹੜਾ ਜੀਵ ਮਾਇਆ ਵੱਲ ਲੱਗਿਆ ਹੋਇਆ, ਸਾਰੀ ਉਮਰ ਤਾਂ ਉਹਨੇ ਇਸ ਤਰ੍ਹਾਂ ਹੀ ਲੰਘਾ ਦਿੱਤੀ,
ਫਿਰ ਜਦੋਂ ਬੁੱਢਾ ਹੋਇਆ ਤਾਂ ਫਿਰ ਉਹ ਤਾਂ ਉਹਦੀ ਜਿਹੜੀ ਪਰਮਾਰਥ ਵਾਲੇ ਪਾਸੇ ਲੱਗਣ ਵਾਲੀ ਅਕਲ ਆ, ਉਹ ਤਾਂ ਕਿ ਹੁਣ ਕੰਮ ਕਰਨ ਤੋਂ ਹਟ ਗਈ। ਫਿਰ ਕਹਿੰਦੇ ਉਹ ਤਾਂ ਹਰ ਵੇਲੇ ਮਾਇਆ ਦੀਆਂ ਬਹੁਤੀਆਂ ਗੱਲਾਂ ਕਰਦਾ ਰਹਿੰਦਾ। ਅੰਨੇ ਮਨੁੱਖ ਨੇ ਤਾਂ ਟੋਇਆਂ ਗੜਿਆਂ ਵਿੱਚ ਹੀ ਡਿੱਗਣਾ ਹੋਇਆ ਨਾ। ਫਿਰ ਜਿਸ ਮਨੁੱਖ ਨੂੰ ਕਹਿੰਦੇ ਆਤਮਿਕ ਜੀਵਨ ਵਾਲਾ ਰਸਤਾ ਦਿਸੇ ਹੀ ਨਾ, ਉਸਨੇ ਤਾਂ ਫਿਰ ਕਹਿੰਦੇ ਮੋਹ ਦੇ ਠੇਡੇ ਖਾ ਖਾ ਕੇ ਦੁੱਖਾਂ ਵਿੱਚ ਹੀ ਪੈ ਰਹਿਣਾ ਹੋਇਆ ਨਾ। ਇਹਦੇ ਲਈ ਫਿਰ ਪਰਮੇਸ਼ਰ ਨੂੰ ਨਹੀਂ ਨਾ ਦੋਸ਼। ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹੇ ਸਮਾਹੀ। ਫਿਰ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਕਿ ਸਰਬ ਗੁਣ ਭਰਪੂਰ ਪਰਮਾਤਮਾ ਦੀ ਰਚੀ ਜਗਤ ਮਰਿਆਦਾ ਅਭੁੱਲ ਹੈ, ਇਹਦੇ ਵਿੱਚ ਕੋਈ ਨੁਕਸ ਨਹੀਂ ਹੈ। ਕਿ ਜੋ ਮਾਇਆ ਵਾਲੇ ਬੇੜੇ 'ਚ ਲੋਕ ਰਹਿੰਦੇ ਨੇ ਵੀ ਉਹਨਾਂ ਨਾਲ ਇਸ ਤਰ੍ਹਾਂ ਕਿਉਂ ਹੋ ਗੁਜ਼ਰਦੀ ਆ। ਕਹਿੰਦੇ ਇਹ ਪਰਮੇਸ਼ਰ ਦੀ ਕੋਈ ਭੁੱਲ ਨਹੀਂ ਹੈ। ਕਹਿੰਦੇ ਹੇ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਨਿਸ਼ਚੇ ਦੀ ਬਰਕਤ ਨਾਲ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦੇ ਨੇ ਕਿ ਜੋ ਕੁਝ ਪਰਮਾਤਮਾ ਨੇ ਸ੍ਰਿਸ਼ਟੀ ਵਿੱਚ ਕੀਤਾ ਉਹਦੇ ਵਿੱਚ ਕੋਈ ਕਮੀ ਨਹੀਂ ਹੈ, ਕੋਈ ਊਣਤਾ ਹੀ ਨਹੀਂ ਹੈ। ਸ਼ਲੋਕ ਮਹੱਲਾ ਤੀਜਾ। ਏਕ ਓੰਕਾਰ ਸਤਿਗੁਰ ਪ੍ਰਸਾਦ, ਅਭਿਆਗਤ ਇਹ ਨਾ ਆਖੀਐ, ਜਿਨ ਕੈ ਮਨ ਮਹਿ ਪਰਮ, ਤਿਨ ਕੇ ਦਿੱਤੇ ਨਾਨਕਾ, ਤੇ ਹੋ ਜੇਹਾ ਧਰਮ। ਕਹਿੰਦੇ ਇਹੋ ਜਿਹੇ ਬੰਦੇ ਸਾਧ ਸੰਤ ਨਹੀਂ ਆਖੀ ਜਾ ਸਕਦੇ ਜਿਨ੍ਹਾਂ ਦੇ ਮਨ ਵਿੱਚ ਮਾਇਆ ਆਦਿਕ ਮੰਗਣ ਦੀ ਖਾਤਰ ਭਟਕਣਾ ਲੱਗੀ ਹੋਵੇ। ਕਹਿੰਦੇ ਹੇ ਨਾਨਕ, ਇਹੋ ਜਿਹੇ ਸਾਧਾਂ ਨੂੰ ਅੰਨ ਵਸਤਰ ਮਾਇਆ ਦੇਣਾ ਕੋਈ ਧਾਰਮਿਕ ਕੰਮ ਨਹੀਂ ਹੈ। ਅਭੈ ਨਿਰੰਜਨ ਪਰਮ ਪਦ, ਤਾਕਾ ਭੀਖਕ ਹੋਏ, ਤਿਸ ਕਾ ਭੋਜਨ ਨਾਨਕਾ, ਵਿਰਲਾ ਪਾਏ ਕੋਏ। ਕਹਿੰਦੇ ਜਿਸ ਪਰਮਾਤਮਾ ਨੂੰ ਕੋਈ ਡਰ ਨਹੀਂ ਪੋ ਸਕਦਾ, ਜਿਸ ਪਰਮਾਤਮਾ ਨੂੰ ਮਾਇਆ ਦੇ ਮੋਹ ਕਾਲਖ ਨਹੀਂ ਲੱਗ ਸਕਦੀ, ਉਸ ਦਾ ਮਿਲਾਪ ਸਭ ਤੋਂ ਉੱਚਾ ਆਤਮਿਕ ਦਰਜਾ ਹੈ। ਜਿਹੜਾ ਮਨੁੱਖ ਉਸ ਉੱਚੇ ਆਤਮਿਕ ਦਰਜੇ ਦਾ ਭਿਖਾਰੀ ਹੈ, ਉਹ ਹੈ ਅਸਲ ਸਾਧ ਸੰਤ। ਕਹਿੰਦੇ ਹੇ ਨਾਨਕ, ਇਹੋ ਜਿਹੇ ਭਿਖਾਰੀ ਵਾਲਾ ਨਾਮ ਭੋਜਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ। ਹੋਵਾ ਪੰਡਿਤ ਜੋਤ ਕੀ, ਵੇਦ ਪੜ੍ਹਾ ਮੁਖ ਚਾਰ, ਨਵਾ ਖੰਡਾ ਵਿੱਚ ਜਾਣੀਆਂ, ਆਪਣੇ ਚੱਜ ਵਿਚਾਰ। ਕਹਿੰਦੇ ਜੇ ਮੈਂ ਮਿਹਨਤ ਦੇ ਨਾਲ ਵਿੱਦਿਆ ਪ੍ਰਾਪਤ ਕਰਕੇ ਜੋਤਸ਼ੀ ਵੀ ਬਣ ਜਾਵਾਂ, ਪੰਡਿਤ ਵੀ ਬਣ ਜਾਵਾਂ, ਤੇ ਚਾਰੇ ਵੇਦ ਆਪਣੇ ਮੂੰਹੋਂ ਪੜ੍ਹਦਾ ਰਹਾਂ, ਤਾਂ ਵੀ ਜਗਤ ਵਿੱਚ ਮੈਂ ਉਹੋ ਜਿਹਾ ਹੀ ਸਮਝਿਆ ਜਾਵਾਂਗਾ ਜਿਹੋ ਜਿਹੇ ਮੇਰੇ ਕਰਮ ਨੇ, ਕਰਤੱਵ ਨੇ ਤੇ ਮੇਰੇ ਖਿਆਲ ਨੇ। ਬ੍ਰਾਹਮਣ ਕੈਲੀ ਘਾਤ, ਕੰਜਕਾਂ ਅਣਚਾਰੀ ਕਾ ਤਾਨ, ਫਿਟਕ ਫਿਟਕ ਕੋੜ ਬਦੀਆਂ, ਸਦਾ ਸਦਾ ਅਭਿਮਾਨ। ਕਹਿੰਦੇ ਬ੍ਰਾਹਮਣ ਦੀ ਹੱਤਿਆ, ਗਾਂ ਦੀ ਹੱਤਿਆ, ਧੀ ਦੀ ਹੱਤਿਆ, ਧੀ ਦਾ ਪੈਸਾ, ਕੁਕਰਮੀ ਦਾ ਪੈਸਾ, ਜਗਤ ਵੱਲੋਂ ਫਿਟਕਾਰਾਂ ਹੀ ਫਿਟਕਾਰਾਂ, ਬਦੀਆਂ ਦਾ ਕੋਹੜ, ਹਰ ਵੇਲੇ ਦੀ ਆਕੜ, ਪਾਹੇ ਏਤੇ ਜਾਹੇ, ਵੀਸਰ ਨਾਨਕਾ ਇੱਕ ਨਾਮ। ਕਹਿੰਦੇ ਇਹ ਸਾਰੇ ਹੀ ਐਬ ਨੇ। ਹੇ ਨਾਨਕ, ਉਹ ਮਨੁੱਖ ਖੱਟਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲਿਆ ਹੀ ਰਹਿੰਦਾ। ਕਹਿੰਦੇ ਸਭ ਬੁੱਧੀ ਜਾਲੀਐ, ਇੱਕ ਰਹੇ ਤਤ ਗਿਆਨ। ਕਹਿੰਦੇ ਹੋਰ ਸਾਰੀਆਂ ਹੀ ਸਿਆਣਪਾਂ ਵਿਅਰਥ ਜਾਂਦੀਆਂ ਨੇ, ਸਿਰਫ ਪਰਮੇਸ਼ਰ ਦਾ ਨਾਮ ਹੀ ਕਾਇਮ ਰਹਿੰਦਾ। ਕਹਿੰਦੇ ਇਹ ਨਾਮ ਹੀ ਹੈ ਜੀਵਨ ਦਾ ਨਿਚੋੜ, ਇਹ ਨਾਮ ਹੀ ਹੈ ਅਸਲ ਗਿਆਨ।
ਮਾਥੈ ਜੋ ਤੁਰ ਲਿਖਿਆ ਸੋ ਮੇਟ ਨ ਸਕੈ ਕੋਇ। ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੂੰ ਨਦਰ ਹੋਏ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਮਨੁੱਖ ਦੇ ਕੀਤੇ ਕਰਮਾਂ ਦੇ ਅਨੁਸਾਰ ਧੁਰ ਦਰਗਾਹ ਤੋਂ ਲਿਖੇ ਲੇਖ ਕੋਈ ਮੇਟ ਨਹੀਂ ਸਕਦਾ। ਕੋਈ ਮਨੁੱਖ ਆਪਣੇ ਲੇਖ ਨਹੀਂ ਮਿਟਾ ਸਕਦਾ। ਕਹਿੰਦੇ ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ ਉਹੀ ਇਸ ਭੇਦ ਨੂੰ ਸਮਝਦਾ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਉਹ ਵਾਪਰਦਾ ਰਹਿੰਦਾ ਹੈ। ਜਿਨੀ ਨਾਮ ਵਿਸਾਰਿਆ ਕੂੜਾ ਲਾਲਚ ਲੱਗ। ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ। ਕਹਿੰਦੇ ਨਾਸ਼ਵੰਤ ਪਦਾਰਥਾਂ ਦੇ ਲਾਲਚ ਵਿੱਚ ਫਸ ਕੇ ਜਿਨ੍ਹਾਂ ਮਨੁੱਖਾਂ ਨੇ ਪਰਮੇਸ਼ਰ ਦਾ ਨਾਮ ਭੁਲਾ ਦਿੱਤਾ, ਜੋ ਮਨੁੱਖ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਖਾਤਰ ਦੇ ਦੌੜ ਭੱਜ ਕਰਦੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਰਹਿੰਦੀ ਆ। ਜਿੰਨਾ ਵੇਲ ਨ ਤੂੰ ਬੜੀ ਮਾਇਆ ਠੱਗੇ ਠੱਗ। ਮਨਮੁਖ ਬੰਨ ਚਲਾਈਐ ਨਾ ਮਿਲਹੀ ਵਗ ਸਗ। ਮਾਇਆ ਦੇ ਮੋਹ ਰੂਪ ਠੱਗ ਨੇ ਜਿਨ੍ਹਾਂ ਦੇ ਆਤਮਿਕ ਸਰਮਾਏ ਨੂੰ ਲੁੱਟ ਲਿਆ। ਉਹ ਮਨੁੱਖ ਉਹਨਾਂ ਵੇਲਾਂ ਵਾਂਗ ਨੇ ਜਿਨ੍ਹਾਂ ਨੂੰ ਕੋਈ ਫਲ ਨਹੀਂ ਪੈਂਦਾ। ਜਿਵੇਂ ਕਹਿੰਦੇ ਕੁੱਤੇ ਗਾਈਆਂ ਮਈਆਂ ਦੇ ਵਗ ਵਿੱਚ ਰਲ ਨਹੀਂ ਸਕਦੇ, ਤਿਵੇਂ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਲਾਲਚ ਵਾਲੇ ਸੁਭਾਅ ਦੇ ਕਾਰਨ ਗੁਰਮੁਖਾਂ ਵਿੱਚ ਨਹੀਂ ਮਿਲ ਸਕਦੇ। ਚੋਰਾਂ ਵਾਂਗ ਉਹ ਮਨਮੁਖ ਬਣ ਕੇ ਅੱਗੇ ਲਾਏ ਜਾਂਦੇ ਨੇ ਜਦੋਂ ਲੇਖੇ ਦਾ ਵਕਤ ਆਉਂਦਾ। ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ। ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਪਾਏ। ਫਿਰ ਕਹਿੰਦੇ ਭਾਈ ਜੀਵਾਂ ਦੇ ਵੀ ਕੀ ਵਸ, ਜਦੋਂ ਪਰਮੇਸ਼ਰ ਨੇ ਉਹਨਾਂ ਨੂੰ ਕੁਰਾਹੇ ਪਾਇਆ ਫੇਰ ਹੀ ਕੁਰਾਹੇ ਪੈਂਦੇ ਨੇ। ਉਹ ਕਹਿੰਦੇ ਆਪ ਹੀ ਜੀਵ ਨੂੰ ਗੁਰਮੁਖਾਂ ਦੀ ਸੰਗਤ ਵਿੱਚ ਮਿਲਾਉਂਦਾ, ਆਪ ਹੀ ਕੁਰਾਹੇ ਪਾਉਂਦਾ। ਹੇ ਨਾਨਕ, ਜੇ ਮਨੁੱਖ ਗੁਰੂ ਦੀ ਰਜ਼ਾ ਦੇ ਅਨੁਸਾਰ ਜੀਵਨ ਰਾਹ 'ਤੇ ਤੁਰੇ ਤਾਂ ਗੁਰੂ ਦੀ ਸ਼ਰਨ ਪੈ ਕੇ ਹੀ ਲਾਲਚ ਆਦਿਕ ਤੋਂ ਖਲਾਸੀ ਹਾਸਲ ਕਰੀ ਜਾ ਸਕਦੀ ਆ। ਸਾਲਾ ਹੀ ਸਾਲਾਹਣਾ ਭੀ ਸੱਚਾ ਸਾਲਾਹੇ। ਨਾਨਕ ਸੱਚਾ ਏਕ ਦਰ ਬੀਪਾ ਪਰ ਹਰ ਆਹੇ। ਕਹਿੰਦੇ ਸਲਾਹਣਯੋਗ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ। ਮੁੜ ਮੁੜ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਰਿਹਾ ਕਰੋ। ਕਹਿੰਦੇ ਹੇ ਨਾਨਕ, ਸਿਰਫ ਪਰਮਾਤਮਾ ਦਾ ਦਰਵਾਜ਼ਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਉਹਦੇ ਤੋਂ ਬਿਨਾਂ ਦੂਜਾ ਦਰ ਛੱਡ ਦੇਣਾ ਚਾਹੀਦਾ ਹੈ। ਕਿਸੇ ਹੋਰ ਦੀ ਆਸ ਨਹੀਂ ਰੱਖਣੀ ਚਾਹੀਦੀ। ਨਾਨਕ ਜਹ ਜਹ ਮੈਂ ਫਿਰੂੰ ਤਹ ਤਹ ਸਾਚਾ ਸੋਏ। ਜਹ ਦੇਖਾਂ ਤਹ ਏਕ ਹੈ ਗੁਰਮੁਖ ਪ੍ਰਗਟ ਹੋਏ। ਹੇ ਨਾਨਕ, ਜਿੱਥੇ ਜਿੱਥੇ ਕਹਿੰਦੇ ਮੈਂ ਫਿਰਦਾ ਉੱਥੇ ਉੱਥੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ। ਮੈਂ ਜਿੱਥੇ ਵੀ ਵੇਖਦਾ ਉੱਥੇ ਸਿਰਫ ਪਰਮਾਤਮਾ ਹੀ ਹੈ। ਪਰ ਗੁਰੂ ਦੀ ਸ਼ਰਨ ਪਿਆ ਹੀ ਇਹ ਸਮਝ ਆਉਂਦੀ ਹੈ। ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ। ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ। ਵਾਹਿਗੁਰੂ ਜੀ। ਕਹਿੰਦੇ ਗੁਰੂ ਦਾ ਸ਼ਬਦ ਮਨੁੱਖ ਦੇ ਅੰਦਰੋਂ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ। ਪਰ ਇਹ ਨਿਸ਼ਚਾ ਉਦੋਂ ਹੀ ਬਣਦਾ ਜੇ ਕੋਈ ਮਨੁੱਖ ਆਪਣੇ ਮਨ ਦੇ ਵਿੱਚ ਗੁਰੂ ਸ਼ਬਦ ਨੂੰ ਵਸਾ ਲੈਂਦਾ। ਗੁਰੂ ਦੀ ਕਿਰਪਾ ਨਾਲ ਹੀ ਗੁਰੂ ਦਾ ਸ਼ਬਦ ਮਨੁੱਖ ਦੇ ਮਨ ਵਿੱਚ ਵਸਦਾ ਹੈ। ਗੁਰ ਸ਼ਬਦ ਦੀ ਪ੍ਰਾਪਤੀ ਵੀ ਭਾਗਾਂ ਨਾਲ ਹੀ ਹੁੰਦੀ ਹੈ। ਨਾਨਕ ਹਉ ਹਉ ਕਰਤੇ ਖਪ ਮੂਏ ਖੂਹਣ ਲੱਖ ਅਸੰਖ। ਸਤਿਗੁਰ ਮਿਲੇ ਸੋ ਉਬਰੇ ਸਾਚੈ ਸ਼ਬਦ ਅਲੰਖ। ਹੇ ਨਾਨਕ, ਦੁਨੀਆ ਵਿੱਚ ਲੱਖਾਂ ਹੀ ਜੀਵ
ਅਣਗਿਣਤ ਜੀਵ, ਬੇਅੰਤ ਜੀਵ, ਮੈਂ ਵੱਡਾ, ਇਹ ਆਖਦੇ ਦੁਖੀ ਹੋ ਕੇ ਆਤਮਿਕ ਮੌਤੇ ਮਰਦੇ ਰਹੇ ਨੇ। ਕਹਿੰਦੇ ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਦੇ ਨਾਲ ਅਲੱਖ ਪਰਮੇਸ਼ਰ ਨੂੰ ਮਿਲ ਪਏ, ਉਹ ਇਸ ਹਉ ਤੋਂ ਬਚਦੇ ਰਹੇ ਨੇ। ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ, ਅੱਗੇ ਤੋਂ ਸਮੱਥ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।